ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਮੈਂ ਰਵਨੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਪ੍ਰਧਾਨ ਮੰਤਰੀ ਦੀ ਤਰਜੀਹ ਬੰਗਾਲ ਚੋਣਾਂ ਜਾਂ ਕੌਮੀ ਮਹਾਮਾਰੀ, ਇਸ ਵਿਸ਼ੇ ਤੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਜੀ ਸਾਡੇ ਨਾਲ ਗੱਲ ਕਰਨਗੇ। ਸਵਾਗਤ ਹੈ ਸਰ ਤੁਹਾਡਾ। ਮਿਹਰਬਾਨੀ ਰਵਨੀਤ। ਸਰ, ਕਰੋਨਾ ਦੀ ਦੂਜੀ ਵੇਵ ਨੇ ਕਈ ਦਿਨ ਪਹਿਲਾਂ ਦਸਤਕ ਦੇ ਦਿੱਤੀ ਹੈ। ਆਕਸੀਜਨ ਤੇ ਹੋਰ ਸਿਹਤ ਸਹੂਲਤਾਂ ਦੀ ਘਾਟ ਕਾਰਨ ਹਾਲਾਤ ਬਹੁਤ ਵਿਗੜੇ ਹੋਏ ਹਨ। ਹੁਣ ਪੰਜਾਬ ਤੇ ਖਾਸ ਕਰ ਭਾਰਤ, ਮਤਲਬ ਦੋਨਾਂ ਦੇ ਹੀ ਹਾਲਾਤ ਕੀ ਨੇ ਮੌਜੂਦਾ? ਦੇਖੋ, ਜਿਹੜੀ ਇਹ ਕਰੋਨਾ ਦੀ ਜਿਹੜੀ ਸੈਕਿੰਡ ਵੇਵ ਹੈਗੀ ਹੈ, ਵੈਸੇ ਤਾਂ ਸਮੁੱਚਾ ਵਿਸ਼ਵ ਹੀ ਇਸ ਵੇਲੇ ਕਰੋਨਾ ਦੇ ਵਿੱਚ ਉਲਝਿਆ ਹੋਇਆ ਹੈ ਔਰ ਫੇਸ ਕਰ ਰਿਹਾ ਹੈ। ਖਾਸ ਤੌਰ 'ਤੇ ਜਿਹੜਾ ਭਾਰਤ ਹੈ, ਇਹ ਸੈਕਿੰਡ ਵੇਵ ਤੋਂ ਨੂੰ ਲੈ ਕੇ ਜਿਹੜਾ ਲਾਈਮਲਾਈਟ ਦੇ ਵਿੱਚ ਵਰਲਡ ਲੈਵਲ 'ਤੇ ਆਇਆ ਹੈਗਾ। ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਜਦੋਂ ਕਰੋਨਾ ਨੇ ਦਸਤਕ ਦਿੱਤੀ ਸੀ ਫਸਟ ਵੇਵ ਦੇ ਵਿੱਚ, ਤਾਂ ਇੰਡੀਆ ਨੇ ਇਸ ਮਸਲੇ ਨੂੰ ਬੜੇ ਤਰੀਕੇ ਨਾਲ ਟੈਕਲ ਕੀਤਾ ਸੀਗਾ। ਪਰ ਦੂਸਰੀ ਵੇਵ ਦੇ ਵਿੱਚ ਅਸੀਂ ਇਸ ਨੂੰ ਉਸ ਤਰੀਕੇ ਨਾਲ ਸਿੰਸੈਰਿਟੀ ਦੇ ਨਾਲ ਲਿਆ ਨਹੀਂ, ਇਸ ਨੂੰ ਬੜਾ ਹਲਕੇ ਦੇ ਨਾਲ ਲਿਆ ਹੈ। ਗੱਲ ਇਹ ਨਹੀਂ ਕਿ ਕੋਈ ਇਹ ਅਚਨਚੇਤ ਇਹਦਾ ਸਾਹਮਣਾ ਕਰਨਾ ਪੈ ਗਿਆ ਸਾਨੂੰ। ਇਹ ਸਾਡੇ ਜਿੰਨੇ ਵੀ ਐਕਸਪਰਟਸ ਨੇ, ਉਹਨਾਂ ਨੇ ਸਾਡੀ ਭਾਰਤ ਸਰਕਾਰ ਨੂੰ ਆਲਰੇਡੀ ਇਸ ਤਰ੍ਹਾਂ ਦੇ ਕਿਆਸ ਹੈ ਜਿਹੜੇ ਕੀਤੇ ਹੋਏ ਸੀ, ਅਨੁਮਾਨ ਲਗਾਏ ਹੋਏ ਸੀ ਕਿ ਇਸ ਕਿਸਮ ਦਾ ਹੋਏਗਾ ਔਰ ਇਸ ਦੀ ਸੈਕਿੰਡ ਵੇਵ ਜਿਹੜੀ ਪੀਕ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਆ ਸਕਦੀ ਹੈ। ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸਾਡੀ ਸਮੁੱਚੀ ਸਰਕਾਰ ਨੇ ਉਸ ਤਰੀਕੇ ਨਾਲ ਇਸ ਨੂੰ ਸਮਝਿਆ ਨਹੀਂ, ਉਸ ਤਰ੍ਹਾਂ ਦੀ ਉਹਨਾਂ ਨੇ ਜਿਹੜੀ ਪ੍ਰਾਇਓਰਟੀ ਨਹੀਂ ਦਿੱਤੀ, ਜਿਸ ਕਰਕੇ ਅੱਜ ਕਾਮਨ ਮੈਨ ਹੈ ਜਾਂ ਪੂਰਾ ਸਮੁੱਚਾ ਭਾਰਤ ਹੈ ਉਹਨੂੰ ਫੇਸ ਕਰਨਾ ਪੈ ਰਿਹਾ ਹੈ ਜਿਹੜਾ ਕਰੋਨਾ ਦੀ ਸੈਕਿੰਡ ਲੇਅਰ ਨੂੰ। ਜਿਸ ਤਰ੍ਹਾਂ ਰਵਨੀਤ ਆਪਾਂ ਦੇਖ ਰਹੇ ਹੈਗੇ ਆ ਕਿ ਡੇਲੀ ਭਾਰਤ ਦੇ ਵਿੱਚ ਤਕਰੀਬਨ 3.5 ਲੱਖ ਜਿਹੜੇ ਨਵੇਂ ਕੇਸ ਹੈ ਉਹ ਔਸਤਨ ਆ ਰਹੇ ਨੇ, ਅਤੇ ਦਿਨ ਬ ਦਿਨ ਇਹਨਾਂ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਵੱਧਦੀ ਜਾ ਰਹੀ ਹੈ। ਅਤੇ ਜੇ ਦੇਖਿਆ ਜਾਵੇ ਸਮੁੱਚੇ ਵਰਲਡ ਦੇ ਵਿੱਚ ਜਿੰਨੇ ਕੇਸ ਕੋਵਿਡ ਦੇ ਡੇਲੀ ਆਉਂਦੇ ਨੇ, ਉਹਦੇ ਵਿੱਚੋਂ 1/3 ਹੈ ਜਿਹੜਾ ਹਿੱਸਾ ਉਹ ਹੁਣ ਭਾਰਤ ਦਾ ਸਾਹਮਣੇ ਆਉਣ ਲੱਗਿਆ ਹੈਗਾ। ਇਹਨਾਂ ਚੀਜ਼ਾਂ ਨੂੰ ਲੈ ਕੇ, ਖਾਸ ਕਰਕੇ ਇਹਦੇ ਪ੍ਰਬੰਧਾਂ ਨੂੰ ਲੈ ਕੇ, ਕਿ ਜਿਹੜੀ ਇਹ ਸਰਕਾਰਾਂ ਦੀ ਇੱਕ ਰਿਸਪੌਂਸਿਬਿਲਿਟੀ ਬਣਦੀ ਹੈਗੀ ਹੈ ਕਿ ਕੋਈ ਵਿਪਤਾ ਤੁਹਾਡੇ ਸਿਰ 'ਤੇ ਖੜੀ ਹੈ ਔਰ ਤੁਹਾਨੂੰ ਉਸ ਦਾ ਕਿਆਸ ਹੈ, ਤੁਹਾਨੂੰ ਉਸ ਦਾ ਪਤਾ ਹੈਗਾ, ਉਹਦੇ ਲਈ ਜਿਹੜੇ ਅਗਾਊ ਪ੍ਰਬੰਧ ਕਰਨੇ ਹੁੰਦੇ ਨੇ ਉਸ ਨੂੰ ਨਜਿੱਠਣ ਦੇ ਲਈ, ਭਾਰਤ ਸਰਕਾਰ ਨੇ ਉਹ ਨਹੀਂ ਕੀਤੇ। ਫਸਟ ਵੇਵ ਦੇ ਵਿੱਚ ਅਸੀਂ ਦੇਖਿਆ ਹੈਗਾ ਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਨੇ ਸਾਨੂੰ ਤਾੜੀਆਂ ਮਾਰਨ ਲਈ ਕਿਹਾ, ਥਾਲੀਆਂ ਵਜਾਉਣ ਲਈ ਕਿਹਾ, ਦੀਵੇ ਬਾਲਣ ਲਈ ਕਿਹਾ, ਅਸੀਂ ਕੀਤਾ। ਅਸੀਂ ਫਸਟ ਵੇਵ ਦੇ ਵਿੱਚ ਉਸ ਚੀਜ਼ ਨੂੰ ਝੱਲਿਆ ਵੀ, ਉਸ ਨੂੰ ਅਸੀਂ ਨਜਿੱਠਿਆ ਵੀ। ਇਸ ਤਰ੍ਹਾਂ ਪੰਜਾਬ ਨੇ ਵੀ ਕਾਫੀ ਹੱਦ ਤੱਕ, ਜਿਵੇਂ ਕੇਰਲਾ ਅਤੇ ਪੰਜਾਬ ਦਾ ਨਾਮ ਆਉਂਦਾ ਸੀਗਾ, ਕਿ ਫਸਟ ਜਿਹੜੀ ਵੇਵ ਸੀ ਉਹਨੂੰ ਵਧੀਆ ਤਰੀਕੇ ਨਾਲ ਹੱਲ ਕੀਤਾ ਜਾਂ ਉਸ ਨੂੰ ਕਾਬੂ ਕਰ ਲਿਆ ਸੀ ਟਾਈਮਲੀ। ਪਰ ਹੁਣ ਪੰਜਾਬ ਸਰਕਾਰ ਵੀ ਇਸ ਦੇ ਵਿੱਚ ਫੇਲ ਹੋ ਰਹੀ ਹੈ ਔਰ ਸਾਡੀ ਜਿਹੜੀ ਇੰਡੀਆ ਗੌਰਮੈਂਟ ਹੈ ਉਹ ਵੀ ਇਹਦੇ ਵਿੱਚ ਫੇਲ ਹੋ ਰਹੀ ਹੈ। ਦੇਖੋ, ਮਹਾਂਮਾਰੀ ਦੇ ਦੌਰ ਹੈ ਜਿਹੜੇ, ਕੋਈ ਇਹ ਤਾਂ ਹੈ ਨਹੀਂ ਕਿ ਸਾਡੇ ਭਾਰਤ ਲਈ ਨਵੇਂ ਨੇ। ਟਾਈਮ ਟੂ ਟਾਈਮ ਸਾਨੂੰ ਪਹਿਲਾਂ ਵੀ ਫੇਸ ਕਰਨਾ ਪਿਆ ਹੈਗਾ। ਜੇ ਆਪਾਂ ਗੱਲ ਕਰੀਏ ਫਸਟ ਵਰਲਡ ਵਾਰ ਦੀ, ਉਸ ਟਾਈਮ ਪਲੇਗ ਹੈ ਜਿਹੜੀ, ਉਹ ਇਸ ਤੋਂ ਵੀ ਘਾਤਕ ਸੀ ਕਿ ਲੋਕ ਹੈ ਜਿਹੜੇ ਲਾਸ਼ਾਂ ਢੋਂਦੇ ਢੋਂਦੇ ਥੱਕ ਜਾਂਦੇ ਸੀਗੇ। ਅਤੇ ਜਦੋਂ ਸਾਨੂੰ ਆਜ਼ਾਦ ਭਾਰਤ ਮਿਲਿਆ, ਉਸ ਤੋਂ ਬਾਅਦ ਚੇਚਕ, ਜਿਹਨੂੰ ਚਿਕਨ ਪੌਕਸ ਕਹਿੰਦੇ ਆ, ਉਹਦਾ ਸਾਨੂੰ ਸਾਹਮਣਾ ਕਰਨਾ ਪਿਆ, ਮਲੇਰੀਏ ਦਾ ਸਾਹਮਣਾ ਕਰਨਾ ਪਿਆ, ਪੋਲੀਓ ਦਾ ਸਾਹਮਣਾ ਕਰਨਾ ਪਿਆ, ਈਵਨ ਏਡਜ਼ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕੀਤਾ। ਇਸ ਕਿਸਮ ਦੀ ਜਦੋਂ ਆਫਤਾਂ ਆਈਆਂ, ਹੁਣ ਤਾਂ ਸਾਡੇ ਕੋਲ ਇੱਕ ਅਲਟਰਨੇਟਿਵ, ਸਾਡੇ ਕੋਲ ਪ੍ਰਾਈਵੇਟ ਢਾਂਚਾ ਹੈਗਾ, ਮੈਡੀਕਲ ਫੈਸਿਲਿਟੀਜ਼ ਹੈਗੀਆਂ ਪ੍ਰਾਈਵੇਟ ਅਵੇਲੇਬਲ ਨੇ, ਸਾਡੇ ਕੋਲ ਵੱਡੇ ਵੱਡੇ ਕਾਰਪੋਰੇਟ ਹੌਸਪੀਟਲ ਹੈਗੇ ਨੇ ਅਵੇਲੇਬਲ। ਪਰ ਉਸ ਟਾਈਮ ਤਾਂ ਸਾਡੇ ਕੋਲ ਟੋਟਲੀ ਜਿਹੜਾ ਸਰਕਾਰੀ ਢਾਂਚਾ ਸੀਗਾ ਹੈਲਥ ਦਾ, ਪਰ ਸਰਕਾਰੀ ਹੋਣ ਦੇ ਬਾਵਜੂਦ ਵੀ ਅਸੀਂ ਇੰਨੇ ਵਧੀਆ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ। ਸਾਡੀ ਇੱਕ ਪੂਰੀ ਹਿਸਟਰੀ ਹੈ। ਪਰ ਹੁਣ ਜਦੋਂ 1990-91 ਤੋਂ ਬਾਅਦ ਜਦੋਂ ਪ੍ਰਾਈਵੇਟਾਈਜੇਸ਼ਨ ਦਾ ਦੌਰ ਸ਼ੁਰੂ ਹੁੰਦਾ ਹੈ, ਤਾਂ ਉਸ ਤੋਂ ਬਾਅਦ ਹੁਣ ਸਾਡੇ ਕੋਲ ਸਾਰਾ ਕੁਛ ਹੈਗਾ। ਸਾਡੇ ਕੋਲ ਵਧੀਆ ਸਰਕਾਰਾਂ ਵੀ ਹੈਗੀਆਂ ਨੇ। ਜੇ ਮੌਜੂਦਾ ਸਰਕਾਰ ਦੀ, ਸੈਂਟਰ ਦੀ ਗੱਲ ਕਰੀਏ, ਤਾਂ ਇੱਕ ਮੈਜੋਰਟੀ ਵਾਲੀ ਸਰਕਾਰ ਵੀ ਹੈ। ਸਾਡੇ ਕੋਲ ਸਰਕਾਰੀ ਇੰਸਟੀਟਿਊਸ਼ਨਸ ਵੀ ਹੈਗੀਆਂ ਨੇ ਹੈਲਥ ਦੀਆਂ। ਸਾਡੇ ਕੋਲ ਪ੍ਰਾਈਵੇਟ ਹਸਪਤਾਲ ਨੇ, ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਸਪਤਾਲ ਨੇ। ਪਰ ਜੇ ਸਾਡੇ ਕੋਲ ਹੈ ਨਹੀਂ ਇਸ ਵੇਲੇ, ਤਾਂ ਉਹ ਸਾਡੇ ਕੋਲ ਬੈੱਡ ਨਹੀਂ ਹੈ, ਸਾਡੇ ਕੋਲ ਇਲਾਜ ਨਹੀਂ ਹੈ। ਜਿਸ ਤਰ੍ਹਾਂ ਹੁਣ ਇਹਨਾਂ ਪ੍ਰਬੰਧਾਂ ਨੂੰ ਲੈ ਕੇ ਭਾਰਤ ਸਰਕਾਰ 'ਤੇ ਜਿਹੜੀ ਉਂਗਲ ਉੱਠ ਰਹੀ ਹੈ, ਆਪਾਂ ਵੀ ਡੇਲੀ ਖਬਰਾਂ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਲੋਕ ਲਾਸ਼ਾਂ ਨੂੰ ਢੋ ਰਹੇ ਨੇ। ਮਰੀਜ਼ ਹੈ ਜਿਹੜੇ, ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਵਾਰਸ ਹੈ, ਉਹਨਾਂ ਦੇ ਪੇਰੈਂਟਸ ਹੈ, ਮਾਪੇ ਹੈ,
ਕਿਵੇਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਔਰ ਬੱਚੇ ਆਪਣੇ ਮਾਪਿਆਂ ਨੂੰ ਬਚਾਉਣ ਲਈ ਕਿਵੇਂ ਕਤਾਰਾਂ 'ਚ ਲੱਗ ਕੇ ਜਿਹੜੀ ਆਕਸੀਜਨ ਹੈ, ਉਹਦੇ ਸਿਲੰਡਰ ਹੈ ਮੈਡੀਕਲ ਆਕਸੀਜਨ ਦੇ, ਉਹ ਅਵੇਲ ਕਰ ਰਹੇ ਨੇ। ਤੁਸੀਂ ਪੜ੍ਹਿਆ ਹੋਵੇਗਾ ਕਿ ਗਾਜ਼ੀਆਬਾਦ ਦੇ ਜਿਹੜਾ ਗੁਰੂ ਘਰ ਹੈ, ਉਹਨਾਂ ਨੇ ਤਾਂ ਆਕਸੀਜਨ ਦਾ ਲੰਗਰ ਵੀ ਲਗਾਇਆ ਹੈਗਾ। ਇਸ ਤੋਂ ਵੱਡੀ ਤਰਾਸਦੀ ਰਵਨੀਤ ਕੀ ਹੋ ਸਕਦੀ ਹੈ ਕਿ ਪਟਨਾ ਦੇ ਵਿੱਚ ਜਿਹੜੇ 3 ਸ਼ਮਸ਼ਾਨ ਘਾਟ ਹੈ, ਉਹਨਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਣਾ ਪਿਆ। ਇੱਕ ਸ਼ਹਿਰ ਦੇ ਵਿੱਚ ਜਿਹੜੀਆਂ ਫੁੱਟਪਾਥਾਂ 'ਤੇ ਜਿਹੜੀਆਂ ਸਾਨੂੰ ਸੰਸਕਾਰ ਕਰਨੇ ਪਏ ਨੇ। ਇਸੇ ਤਰ੍ਹਾਂ ਹੀ ਜਿਹੜੇ ਕਈ ਥਾਵਾਂ 'ਤੇ ਜਿਹੜੀਆਂ ਵੇਟਿੰਗ ਲਿਸਟ ਚੱਲ ਰਹੀ ਹੈ ਦਿੱਲੀ ਦੇ ਵਿੱਚ ਕਿ 18-18 ਘੰਟੇ 10-10 ਘੰਟੇ ਸੰਸਕਾਰ ਕਰਨ ਦੇ ਲਈ। ਗਾਜ਼ੀਆਬਾਦ ਜਿਹੜਾ ਕਿਸੇ ਵੇਲੇ ਜਿਹੜੀ ਮਾਸ ਮੈਜਰਸ ਲਈ ਮਸ਼ਹੂਰ ਹੁੰਦਾ ਸੀਗਾ, ਹੁਣ ਉੱਥੇ ਸਮੂਹਿਕ ਸੰਸਕਾਰ ਹੋ ਰਹੇ ਨੇ। ਇਸ ਕਿਸਮ ਦੇ ਪੂਰੇ ਸਮੁੱਚੇ ਅਸੀਂ ਨਿੱਤ, ਸਾਡੇ ਦਰਸ਼ਕ ਵੀ ਜਾਣੂ ਨੇ, ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ, ਨੈਸ਼ਨਲ ਹੁੱਕਅਪ 'ਤੇ ਦੇਖ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਲੋਕ ਚੀਕ ਚਿਹਾੜਾ ਵਧਿਆ ਹੈਗਾ, ਸਾਡੇ 'ਚ ਡਰ ਵਧਿਆ ਹੈ, ਸਹਿਮ ਵਧਿਆ ਹੈ, ਉਦਾਸੀ ਵਧੀ ਹੈ। ਫਸਟ ਵੇਵ ਦੇ ਵਿੱਚ ਇਸ ਕਿਸਮ ਦਾ ਨਹੀਂ ਸੀ, ਹਾਲਾਂਕਿ ਉਦੋਂ ਜਿਹੜੀਆਂ ਸਖਤਾਈਆਂ ਵੀ ਜ਼ਿਆਦਾ ਸੀਗੀਆਂ, ਪਰ ਇਸ ਕਿਸਮ ਦਾ ਭੈ ਨਹੀਂ ਸੀਗਾ ਸਾਡੇ 'ਚ। ਹੁਣ ਜਿਹੜਾ ਭੈ ਹੈ ਜਾਂ ਲੈਵਲ ਹੈ, ਕਿਉਂਕਿ ਅਸੀਂ ਡੇਲੀ ਉਸ ਤਰ੍ਹਾਂ ਦੀਆਂ ਤਸਵੀਰਾਂ ਦੇਖ ਰਹੇ ਹਾਂ, ਲੋਕਾਂ ਨੂੰ ਮਰਦੇ ਦੇਖ ਰਹੇ ਹਾਂ, ਤਾਂ ਇਸ ਕਰਕੇ ਇੱਕ ਥਾਂ 'ਤੇ ਤਾਂ ਮੈਨੂੰ ਪਤਾ ਲੱਗਿਆ ਕਿ ਕਈ ਕਬਰਾਂ, ਇਸ ਕਬਰਸਤਾਨ ਇਸ ਕਿਸਮ ਦੇ ਹੈ ਕਿ ਇੱਕ ਇੱਕ ਕਬਰ ਦੇ ਵਿੱਚ ਕਈ ਇੱਦਾਂ ਜਿਹੜੇ ਮਰੀਜ਼ਾਂ ਨੂੰ ਕੋਵਿਡ ਦੇ ਨੂੰ ਲੈ ਕੇ ਜਾਇਆ ਗਿਆ। ਕਈ ਥਾਂ ਇੱਕ ਮੱਧ ਪ੍ਰਦੇਸ਼ ਦੇ ਵਿੱਚ ਇੱਕ ਘਟਨਾ ਹੋਈ ਹੈ ਕਿ ਉੱਥੋਂ ਦੇ ਸਰਪੰਚ ਨੇ ਇੱਕ ਕੋਵਿਡ ਪੇਸ਼ੈਂਟ ਹੈ, ਜਿਹੜੀ ਮਾਈ ਹੈ, ਉਸ ਨੂੰ ਪਿੰਡ 'ਚ ਨਹੀਂ ਮਤਲਬ ਹੋਣ ਦਿੱਤਾ। ਬਾਅਦ 'ਚ ਉਸ ਦੀ ਮੌਤ ਹੋਈ ਤਾਂ ਉਸ ਨੂੰ JCB ਮਸ਼ੀਨ ਲਿਆ ਕੇ ਪਿੰਡ ਤੋਂ ਬਾਹਰ ਸੁੱਟ ਆਏ। ਇਸ ਤਰ੍ਹਾਂ ਇੱਕ ਸੜਕਾਂ 'ਤੇ ਕਈ ਜਿਹੜੀਆਂ ਲਾਸ਼ਾਂ ਇਸ ਕਿਸਮ ਦੀਆਂ ਦੇਖਣ ਨੂੰ ਮਿਲੀਆਂ ਨੇ ਕਿ ਭੱਜੀ ਜਾਂਦੀ ਵੈਨ ਦੇ ਵਿੱਚੋਂ ਸੁੱਟ ਦਿੱਤੀਆਂ ਗਈਆਂ ਥੱਲੇ। ਪੂਰੇ ਸਮੁੱਚੇ ਦੇ ਮੁਲਕ ਦੇ ਜਿਹੜੇ ਹਾਲਾਤ ਇਸ ਕਿਸਮ ਦੇ ਬਣੇ ਹੋਏ ਨੇ, ਤਾਂ ਜਿੱਥੇ ਦੇਸ਼ ਇਸ ਚੀਜ਼ ਨੂੰ ਸਾਹਮਣਾ ਫੇਸ ਕਰ ਰਿਹਾ, ਉੱਥੇ ਸਾਡਾ ਪੰਜਾਬ ਵੀ ਨਹੀਂ ਬਚਿਆ। ਪੰਜਾਬ ਦੇ ਵਿੱਚ ਹਾਲਾਂਕਿ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਜੇ ਪੰਜਾਬ ਦੇ ਵਿੱਚ ਵੇਵ ਹੈ ਜਿਹੜੀ ਤੇਜ਼ੀ ਨਾਲ ਇਹਦਾ ਪਸਾਰ ਹੋ ਰਿਹਾ ਹੈ, ਪਰ ਜੇ ਆਪਾਂ ਕੇਸਾਂ ਦੇ ਐਂਗਲ ਤੋਂ ਦੇਖੀਏ ਤਾਂ ਨਾਰਥ ਇੰਡੀਆ ਦੇ ਵਿੱਚੋਂ ਪੰਜਾਬ ਦੀ ਜਿਹੜੀ ਪੋਜੀਸ਼ਨ ਹੈ ਉਹ ਕਾਫੀ ਬੈਟਰ ਹੈਗੀ ਹੈ। ਪੰਜਾਬ ਦੇ ਵਿੱਚ ਜਿਹੜੀ ਅਸੀਂ ਕੱਲ੍ਹ ਦਾ ਡਾਟਾ ਐਨਾਲਾਈਜ਼ ਕਰਦੇ ਹਾਂ ਜਦੋਂ, ਤਾਂ ਉਹਦੇ ਵਿੱਚ 1 ਲੱਖ ਜਿਹੜੀਆਂ ਕੇਸਾਂ ਦੇ ਵਿੱਚ ਆਬਾਦੀ ਦੇ ਪਿੱਛੇ ਪੰਜਾਬ ਦੇ ਵਿੱਚ 1050 ਹੈ ਜਿਹੜੇ ਉਹ ਪੇਸ਼ੈਂਟ ਸਾਹਮਣੇ ਆ ਰਹੇ ਨੇ। ਸਾਡਾ ਗੁਆਂਢੀ ਸੂਬਾ ਹਰਿਆਣਾ ਹੈਗਾ, ਉੱਥੇ 1600 ਕੇਸ ਸਾਹਮਣੇ ਆ ਰਹੇ ਨੇ। ਇਸ ਤਰ੍ਹਾਂ J&K ਹੈ, ਉੱਥੇ 1300 ਦੇ ਕਰੀਬ ਆ ਰਹੇ ਹੈ। ਚੰਡੀਗੜ੍ਹ UT ਦੀ ਗੱਲ ਕਰੀਏ ਤਾਂ ਇੱਥੇ 3000 ਜਿਹੜੇ ਪੇਸ਼ੈਂਟ ਨਵੇਂ ਸਾਹਮਣੇ ਆ ਰਹੇ ਨੇ 1 ਲੱਖ ਦੀ ਆਬਾਦੀ ਪਿੱਛੇ। ਇਸ ਐਂਗਲ ਤੋਂ ਅਸੀਂ ਕਾਫੀ ਹੱਦ ਤੱਕ ਠੀਕ ਹਾਂ। ਪ੍ਰਬੰਧਾਂ ਦੇ ਮਾਮਲੇ 'ਚ ਅਸੀਂ ਵੀ ਕਾਫੀ ਜਿਹੜੀ ਮਾਰ ਖਾ ਚੁੱਕੇ ਹਾਂ। ਅੰਮ੍ਰਿਤਸਰ ਦੇ ਵਿੱਚ ਸਾਡੇ ਸਾਹਮਣੇ ਹੈ ਕਿ 6 ਮੌਤਾਂ ਉੱਥੇ ਹਸਪਤਾਲ ਦੇ ਵਿੱਚ ਪੇਸ਼ੈਂਟ ਨੂੰ ਜਿਹੜੀ ਆਕਸੀਜਨ ਦੀ ਕਮੀ ਕਰਕੇ। ਚਾਹੇ ਸਾਡੇ CM ਨੇ ਕੱਲ੍ਹ ਨਵੇਂ ਫੈਸਲੇ ਲਏ ਨੇ ਅਤੇ ਚੀਫ ਸੈਕਟਰੀ ਨੇ ਵੀ ਕੱਲ੍ਹ ਕਿਹਾ ਕਿ 75% ਜਿਹੜੇ ਬੈੱਡ ਹੈ ਉਹ ਰਾਖਵੇਂ ਕੀਤੇ ਗਏ ਹੈ। ਜਿਹੜੀਆਂ ਮੇਜਰ ਸਰਜਰੀਜ਼ ਹੈ ਉਹਨਾਂ ਨੂੰ ਅਵੋਇਡ ਕਰਨ ਦੇ ਲਈ ਕਿਹਾ ਗਿਆ ਹੈਗਾ, ਪਰ ਇਹਨਾਂ ਦੇ ਬਾਵਜੂਦ ਕਿਤੇ ਨਾ ਕਿਤੇ ਕਮੀ ਹੈਗੀ ਹੈ, ਕਿਉਂਕਿ ਲੋਕਾਂ 'ਚ ਕਿਸ ਤਰ੍ਹਾਂ ਦੀ ਹਲਚਲ ਜ਼ਿਆਦਾ ਮੱਚੀ ਹੋਈ ਹੈ। ਮੈਨੇਜਮੈਂਟ ਦੀ ਕਮੀ ਹੈ, ਕੋਈ ਤਰਤੀਬਬੰਦੀ ਹੈ ਨਹੀਂ, ਦਰਜਾਬੰਦੀ ਨਹੀਂ ਕੀਤੀ ਗਈ। ਪਿੰਡਾਂ ਦੇ ਲੋਕ ਜਦੋਂ ਵੀ ਕਿਸੇ ਨੂੰ ਪਤਾ ਲੱਗਦਾ ਛੋਟੇ ਹਸਪਤਾਲ 'ਚ ਆਉਂਦੇ ਆ, ਉਹਨੂੰ ਫੌਰੀ ਵੱਡੇ 'ਚ ਰੈਫਰ ਕਰ ਦਿੱਤਾ ਜਾਂਦਾ ਹੈਗਾ। ਇਹ ਨਹੀਂ ਕਿ ਜਿਵੇਂ ਸਰਕਾਰ ਖੁਦ ਕਹਿੰਦੀ ਕਿ ਸਾਡੇ ਕੋਲ 21,000 ਜਿਹੜੇ ਬੈੱਡਸ ਦੀ ਅਰੇਂਜਮੈਂਟ ਹੈ ਪੰਜਾਬ ਦੇ ਵਿੱਚ, ਪਰ ਇਹਦੇ ਬਾਵਜੂਦ ਹਫਰਾ ਤਫਰੀ ਮੱਚੀ ਹੋਈ ਹੈ। ਇੱਕ ਪੰਜਾਬ ਬਾਰੇ ਜਿਹੜੀ ਪਰਸੈਪਸ਼ਨ ਸ਼ੁਰੂ ਦੇ ਵਿੱਚ ਫਸਟ ਵੇਵ ਦੇ ਵਿੱਚ ਹੀ ਬਣ ਗਈ ਸੀ, ਜਿਸ ਤਰ੍ਹਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਅਫਵਾਹਾਂ ਚੱਲੀਆਂ ਸੀ ਕਿ ਜੇ ਪੇਸ਼ੈਂਟ ਹੈ ਜਿਹੜਾ ਸਰਕਾਰੀ ਹਸਪਤਾਲ ਚਲਾ ਗਿਆ, ਪ੍ਰਾਈਵੇਟ ਚਲਾ ਗਿਆ, ਉਹਦੇ ਅੰਗ ਕੱਢ ਲੈਣਗੇ ਜਾਂ ਉਸ ਕਿਸਮ ਦਾ ਟਰੀਟਮੈਂਟ ਨਹੀਂ ਦਿੱਤਾ ਮਿਲੇਗਾ ਪੇਸ਼ੈਂਟਸ ਨੂੰ, ਕਿ ਉੱਥੇ ਪੇਸ਼ੈਂਟ ਜ਼ਿਆਦਾ ਬਿਮਾਰ ਹੁੰਦਾ, ਘਰ ਰਹਿ ਕੇ ਜ਼ਿਆਦਾ ਠੀਕ ਹੁੰਦਾ। ਇਹ ਜਿਹੜੀਆਂ ਇਸ ਕਿਸਮ ਦੀਆਂ ਮਿਸਪਰਸੈਪਸ਼ਨ ਸੀ, ਇਹਨਾਂ ਨੂੰ ਵੀ ਦੂਰ ਕਰਨ ਦੇ ਲਈ ਸਰਕਾਰ ਨੇ ਕੁਛ ਨਹੀਂ ਕੀਤਾ। ਪਰ ਇਹਨਾਂ ਸਾਰੀਆਂ ਖਾਮੀਆਂ ਦੇ ਬਾਵਜੂਦ ਪੰਜਾਬ ਦੀ ਸਥਿਤੀ ਹੈ ਜਿਹੜੀ ਕਾਫੀ ਹੱਦ ਤੱਕ ਠੀਕ ਹੈ। ਨੋ ਡਾਊਟ ਕਿ ਸਾਡੀ ਜਿਹੜੀ ਡੈਥ ਰੇਟ ਹੈ ਉਹ ਵਧੀ ਵੀ ਹੈ, ਪਰ ਜਿਵੇਂ ਹੁਣ ਸਾਡੇ ਪਿੱਛੇ ਹੁਣ ਵੀ ਚੱਲ ਰਿਹਾ ਹਾੜੀ ਦਾ ਸੀਜ਼ਨ, ਕਣਕ ਦਾ ਚੱਲ ਰਿਹਾ, ਉਹਦੇ ਵਿੱਚ ਸਾਡੇ ਕੋਈ ਇਸ ਕਿਸਮ ਦੇ ਕੇਸ ਸਾਹਮਣੇ ਨੇ। ਪਿੰਡਾਂ ਦੇ ਹਜੇ ਕਾਫੀ ਹੱਦ ਤੱਕ ਬਚਾਓ ਹੈ। ਪਿੰਡਾਂ ਦੇ ਤੋਂ ਇਲਾਵਾ ਜਿਹੜੇ ਕਿਸਾਨਾਂ ਦੇ ਧਰਨੇ ਮੁਜ਼ਾਹਰੇ ਚੱਲ ਰਹੇ ਨੇ, ਉੱਥੇ ਕਾਫੀ ਹੱਦ ਤੱਕ ਜਿਹੜੀ ਇਸ ਗੱਲ ਦੀ ਬਚਤ ਹੋਈ ਹੈ ਕਿ ਕੋਈ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ। ਫਿਰ ਵੀ ਪੰਜਾਬੀਆਂ ਨੂੰ ਔਰ ਹਿੰਦੁਸਤਾਨੀਆਂ ਨੂੰ ਇਸ ਤੋਂ ਜਿਹੜੇ ਕੋਵਿਡ ਦਾ ਪ੍ਰੋਟੋਕਾਲ ਹੈ ਉਹਦੀ ਪਾਲਣਾ ਕਰਨੀ ਪਏਗੀ। ਜਿਹੜੇ ਸਾਡੇ ਮਾਹਰਾਂ ਦੀ ਰਾਏ ਹੈ ਉਸ ਨੂੰ ਮੰਨਣਾ ਪਏਗਾ, ਫਿਰ ਹੀ ਇਸ ਨੂੰ ਹੋਰ ਬਿਹਤਰ ਤਰੀਕੇ ਨਾਲ ਅਸੀਂ ਕਾਬੂ ਪਾ ਸਕਾਂਗੇ। ਪ੍ਰਧਾਨ ਮੰਤਰੀ ਨੇ ਅੱਜ ਮਨ ਕੀ ਬਾਤ 'ਚ ਕਿਹਾ ਕਿ ਲੋਕ ਸਰਕਾਰ ਨੂੰ ਸਹਿਯੋਗ ਦੇਣ। ਇਸ ਤੋਂ ਪਹਿਲਾਂ ਉਹ ਬੰਗਾਲ ਚੋਣਾਂ 'ਚ ਰੁੱਝੇ ਹੋਏ ਸਨ। ਅੱਜ ਮਨ ਕੀ ਬਾਤ ਦਾ ਫੋਕਸ ਕੀ ਰਿਹਾ? ਦੇਖੋ, ਪ੍ਰਧਾਨ ਮੰਤਰੀ ਹਰ ਮਹੀਨੇ ਦੇ ਜਿਹੜਾ ਲਾਸਟ ਸੰਡੇ ਹੈ ਉਹ ਆਪਣੀ ਮਨ ਕੀ ਬਾਤ ਕਰਦੇ ਨੇ, ਔਰ ਬਹੁਤ ਸਾਰੇ ਜਿਹੜੇ ਵਿਅੰਗ ਹੈ ਉਹਨਾਂ ਦੀ ਇਸ ਮਨ ਕੀ ਬਾਤ 'ਤੇ ਲੋਕ ਸੋਸ਼ਲ ਮੀਡੀਆ 'ਤੇ ਕਰਦੇ ਨੇ। ਅੱਜ ਉਹਨਾਂ ਨੇ ਜਿਹੜਾ ਪ੍ਰੋਮੀਨੈਂਟਲੀ
ਜਿਹੜੀ ਕੋਵਿਡ ਦੀ ਸੈਕੰਡ ਵੇਵ ਹੈ ਇਸ ਨੂੰ ਮੁੱਖ ਤੌਰ 'ਤੇ ਫੋਕਸ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਿਪਤਾ ਦੀ ਘੜੀ ਦੇ ਵਿੱਚੋਂ, ਔਖ ਦੀ ਘੜੀ ਦੇ ਵਿੱਚੋਂ ਸਮੁੱਚਾ ਜਿਹੜਾ ਮੁਲਕ ਹੈ ਲੰਘ ਰਿਹਾ ਹੈ, ਤਾਂ ਸਾਨੂੰ ਲੋੜ ਇਸ ਗੱਲ ਦੀ ਕੀ ਹੈ ਕਿ ਅਸੀਂ ਆਪਣੇ ਜਿਹੜੇ ਸਿਆਸੀ ਮਤਭੇਦ ਭੁਲਾ ਕੇ, ਜਿਹੜੇ ਸਮਾਜਿਕ ਵਖਰੇਵੇਂ ਭੁਲਾ ਕੇ ਇਕਜੁੱਟ ਹੋ ਕੇ ਇਸ ਜੰਗ ਦੇ ਵਿੱਚ ਉਤਰੀਏ ਔਰ ਲੜੀਏ ਔਰ ਇਹ ਜੰਗ ਨੂੰ ਜਿੱਤ ਗਏ। ਹੁਣ ਤੱਕ ਦੇਖੋ ਰਵਨੀਤ, ਸਾਰਾ ਸਮੁੱਚਾ ਮੁਲਕ ਕਹਿ ਰਿਹਾ ਸੀਗਾ, ਚਾਹੇ ਵਿਰੋਧੀ ਪਾਰਟੀਆਂ ਸੀ ਜਿਨ੍ਹਾਂ ਨੂੰ ਹੁਣ ਤੱਕ ਦੇਸ਼ ਧਰੋਹੀ ਕਹਿ ਦਿੱਤਾ ਜਾਂਦਾ ਸੀ, ਉਹ ਵੀ ਤਾਂ ਇਹੀ ਗੱਲ ਕਰਦੇ ਸੀ, ਉਹ ਵੀ ਯੂਨਿਟੀ ਦੀ ਕਰਦੇ ਸੀ, ਅਨੇਕਤਾ 'ਚ ਏਕਤਾ ਦੀ ਗੱਲ ਕਰਦੇ ਸੀ। ਹੁਣ ਪ੍ਰਧਾਨ ਮੰਤਰੀ ਦੀ ਜਿਹੜੀ ਜਾਗ ਹੈ ਖੁੱਲੀ ਹੈ, ਹੁਣ ਉਹਨਾਂ ਨੂੰ ਲੋਕਾਂ ਦੀ ਲੋੜ ਪਈ ਹੈ। ਹੁਣ ਤੱਕ ਤਾਂ ਆਪਣਾ ਮੰਤਰੀ ਜਿਹੜੇ ਪਰਸਨੈਲਿਟੀ ਕਲਟ ਹੈ ਉਹਨਾਂ ਦਾ, ਉਸ ਦੇ ਐਂਗਲ ਤੋਂ ਸੋਚਦੇ ਰਹੇ ਹੈ, ਔਰ ਉਹਨਾਂ ਦੀ ਪਾਰਟੀ ਦੇ ਜਾਂ ਉਹਨਾਂ ਦੇ ਪੱਖ ਵਾਲਾ ਮੀਡੀਆ ਉਹ ਵੀ ਪ੍ਰਚਾਰਦਾ ਰਿਹਾ ਕਿ ਕੋਈ ਵੀ ਕ੍ਰੈਡਿਟ ਦੇਣਾ ਹੈ ਉਹ ਪਾਰਟੀ ਜਾਂ ਸਰਕਾਰ ਨੂੰ ਨਹੀਂ ਬਲਕਿ ਇੰਡੀਵਿਜੂਅਲ ਪ੍ਰਧਾਨ ਮੰਤਰੀ ਨੂੰ ਦਿੱਤਾ ਜਾਂਦਾ ਰਿਹਾ। ਪਰ ਅੱਜ ਸਥਿਤੀ ਇਹਦਾ ਮਤਲਬ ਕਿ ਕਾਫੀ ਸੀਰੀਅਸ ਹੋ ਚੱਲੀ ਹੈਗੀ ਹੈ। ਉਹਨਾਂ ਨੂੰ ਲੱਗਦਾ ਕਿ ਗੇਮ ਸਾਡੇ ਹੱਥ 'ਚੋਂ ਨਿਕਲਦੀ ਜਾ ਰਹੀ ਹੈ। ਲੋਕਾਂ ਦੇ ਵਿਰੋਧ ਦਾ ਸਾਹਮਣਾ ਪੂਰਾ ਸਮੁੱਚਾ ਮੁਲਕ ਹੈ ਜਿਹੜਾ, ਖਾਸ ਕਰਕੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਜਿਹੜੇ ਮੈਟਰੋਪੋਲੀਟਨ ਹੈ, ਹਾਹਾਕਾਰ ਮੱਚੀ ਹੋਈ ਹੈ। ਸਰਕਾਰ ਦਾ ਵਿਰੋਧ ਹੋ ਰਿਹਾ ਹੈ, ਮੁਜ਼ਾਹਰੇ ਹੋ ਰਹੇ ਹੈ। ਯੂਪੀ ਦੇ ਵਿੱਚ ਕਈ ਵਾਰੀ ਕਈ ਬੰਦੇ ਇਹਨਾਂ ਦੀ ਪਾਰਟੀ ਦੇ ਜਿਹੜੇ ਭਾਜਪਾ ਦੇ ਉਹ ਵਿਰੋਧ ਦੇ ਵਿੱਚ ਤੁਰਿਆ, ਕਿਉਂਕਿ ਯੂਪੀ ਦੇ ਵਿੱਚ ਇੱਕ ਜਿਹੜਾ ਬੀਜੇਪੀ ਦਾ MLA ਹੈ ਉਹ ਵੀ ਮੌਤ ਦੇ ਮੂੰਹ ਜਾ ਪਿਆ ਹੈ। ਹੁਣ ਆਪਾਂ ਗੱਲ ਜਿਸ ਤਰ੍ਹਾਂ ਤੁਸੀਂ ਸ਼ੁਰੂ ਦੇ ਵਿੱਚ ਕੀਤੀ ਸੀ, ਆਪਣੀ ਅੱਜ ਦੀ ਚਰਚਾ ਦਾ ਮੁੱਖ ਜਿਹੜਾ ਫੋਕਸ ਸੀ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਤਰਜੀਹ ਹੈ ਉਹ ਬੰਗਾਲ ਚੋਣ ਹੈ ਜਾਂ ਸਾਡੀ ਇਹ ਕਰੋਨਾ ਮਹਾਮਾਰੀ ਹੈ। ਤਾਂ ਜੇ ਆਪਾਂ ਹੁਣ ਪਿਛਲੇ ਦਿਨਾਂ ਦੀ ਗੱਲ ਕਰੀਏ ਕਿ ਜਦੋਂ ਇਹ ਸੈਕੰਡ ਵੇਵ ਸ਼ੁਰੂ ਹੁੰਦੀ ਹੈ ਇੰਡੀਆ ਦੇ ਵਿੱਚ, ਤਾਂ ਉਦੋਂ ਤਰਜੀਹ ਸਾਡੇ ਪ੍ਰਧਾਨ ਮੰਤਰੀ ਦੀ, ਸਾਡੀ ਸੈਂਟਰ ਗਵਰਨਮੈਂਟ ਦੀ ਕੋਵਿਡ ਜਿਹੜੀ ਮਹਾਮਾਰੀ ਹੈ ਇਹ ਨਹੀਂ ਰਹੀ। ਜੇ ਇਹ ਰਹੀ ਹੁੰਦੀ ਤਾਂ ਅਸੀਂ ਮੌਕੇ 'ਤੇ ਵੇਲੇ ਸਿਰੇ ਸਾਰੇ ਪ੍ਰਬੰਧ ਕਰਨੇ ਸੀ, ਇਸ ਨਾਲ ਨਜਿੱਠਣਾ ਸੀ, ਤਾਂ ਅੱਜ ਸਾਨੂੰ ਆਹ ਦਿਨ ਦੇਖਣੇ ਨਹੀਂ ਸੀ ਪੈਣੇ। ਤਾਂ ਪ੍ਰਧਾਨ ਮੰਤਰੀ ਨੂੰ ਜਦੋਂ ਪੂਰਾ ਸਮੁੱਚਾ ਦੇਸ਼ ਉਡੀਕ ਰਿਹਾ ਸੀ ਕਿ ਉਹ ਆਉਣ, ਪ੍ਰਬੰਧਾਂ ਦੀ ਦੇਖ ਰੇਖ ਕਰਨ, ਮੁਲਕ ਦੀ ਅਗਵਾਈ ਕਰਨ, ਪਰ ਉਹ ਉਸ ਟਾਈਮ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਉਲਝੇ ਹੋਏ ਸੀ। ਉਹਨਾਂ ਨੂੰ ਆਪਣੀ ਕੁਰਸੀ ਦਾ ਫਿਕਰ ਸੀ, ਇੱਕ ਨਵਾਂ ਸੂਬਾ ਜਿੱਤਣ ਦਾ ਫਿਕਰ ਸੀ। ਉਹ ਉੱਥੇ ਆਪਣੇ ਵਾਅਦਿਆਂ ਨਾਲ ਇੱਕ ਸੂਬੇ ਦੀ ਤਕਦੀਰ ਬਦਲਣ ਦੇ ਵਿੱਚ ਲੱਗੇ ਹੋਏ ਸੀਗੇ, ਤਾਂ ਜਿਹਦਾ ਖਮਿਆਜਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ। ਕਿੰਨੀਆਂ ਜਾਨਾਂ ਜਿਹੜੀਆਂ ਡੇਲੀ 2500-2600 ਲੋਕਾਂ ਦੀਆਂ ਜਾ ਰਹੀਆਂ, ਕੀਮਤੀ ਜਾਨਾਂ। ਆਉਣ ਵਾਲੇ ਦਿਨਾਂ 'ਚ ਹਜੇ ਪਤਾ ਨਹੀਂ, ਦੱਸਦੇ ਨੇ ਕਿ 1500-1600 ਦਿਨ ਹੈ ਜਿਹੜੇ ਇਹ ਹੋਰ ਜਿਹੜੇ ਕੋਵਿਡ ਹੈ ਪੀਕ ਲਏਗਾ। ਅਜੇ ਕੋਈ ਠੱਲਣ ਦਾ ਕੋਈ ਸਾਨੂੰ ਜਿਹੜੀ ਐਕਸਪਰਟ ਦੀ ਰਾਏ ਹੈ ਜਾਂ ਦੱਸਿਆ ਜਾ ਰਿਹਾ ਉਹ ਕੋਈ ਲੱਗ ਨਹੀਂ ਰਿਹਾ ਹਜੇ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਖਾਸ ਕਰਕੇ। ਤਾਂ ਉਹਨਾਂ ਦੀ ਤਰਜੀਹ ਸ਼ੁਰੂ ਤੋਂ ਹੀ ਜਿਹੜੀ ਹੈਗੀ ਹੈ, ਖਾਸ ਕਰਕੇ ਜਨਵਰੀ ਤੋਂ ਹੀ, ਉਹ ਤਾਂ ਇਲੈਕਸ਼ਨ ਨੂੰ ਦੇਖ ਕੇ ਤਾਂ ਕਿਹਾ ਜਾਂਦਾ ਕਿ ਉਹ ਆਪਣੇ ਬੜੇ ਚਾਅ 'ਚ ਆ ਜਾਂਦੇ ਨੇ ਪ੍ਰਧਾਨ ਮੰਤਰੀ। ਪਰ ਉਹਨਾਂ ਨੇ ਪੱਛਮੀ ਬੰਗਾਲ ਦੀ, ਮੈਂ ਜਿਹੜੀ ਪ੍ਰਾਈਮ ਮਿਨਿਸਟਰ ਦੀ ਵੈਬਸਾਈਟ ਆ ਆਫਿਸ ਦੀ, ਉਹਨੂੰ ਮੈਂ ਜਦੋਂ ਸਰਚ ਕੀਤਾ ਉੱਤੇ ਦੇਖਿਆ, ਉਹਨਾਂ ਦੀ ਵਿਜ਼ਿਟ ਦੇਖੀਆਂ, ਤਾਂ ਉਹਦੇ ਵਿੱਚ ਵੀ ਇਹ ਗੱਲ ਸਾਬਤ ਹੁੰਦੀ ਆ ਔਨ ਰਿਕਾਰਡ। ਜੇ ਗੱਲ ਕਰੀਏ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਜੇ ਲਾਸਟ ਉਹਨੇ ਟੂਰ ਕੀਤਾ ਬੰਗਾਲ ਦਾ, ਸਮੁੱਚੇ ਮੁਲਕ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 14 ਗੇੜੇ ਲਾਏ ਨੇ, 14 ਟੂਰ ਕੀਤੇ ਨੇ। 14 ਦੇ ਵਿੱਚੋਂ ਜਿਹੜੇ 12 ਟੂਰ ਹੈ ਉਹ ਇਕੱਲੇ ਪੱਛਮੀ ਬੰਗਾਲ ਦੇ ਕੀਤੇ ਨੇ। ਜੇ ਆਪਾਂ 1 ਜਨਵਰੀ ਤੋਂ ਗੱਲ ਕਰੀਏ, ਪਿਛਲੇ 3-4 ਮਹੀਨਿਆਂ ਦੀ ਗੱਲ ਕਰੀਏ, ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 19 ਟੂਰ ਕੀਤੇ ਨੇ। 19 ਦੇ ਵਿੱਚੋਂ 14 ਟੂਰ ਇਕੱਲੇ ਪੱਛਮੀ ਬੰਗਾਲ ਦੇ ਕੀਤੇ ਨੇ। ਜੇ ਆਪਾਂ ਅੱਗੇ ਵੀ ਉਹ ਨਜ਼ਰ ਮਾਰੀਏ ਕਿ ਜਦੋਂ ਦੀ ਸਰਕਾਰ ਬਣੀ ਹੈ 2 ਜੂਨ 2019 ਤੋਂ, ਮਈ-ਜੂਨ ਤੋਂ ਲੈ ਕੇ, ਤਾਂ ਪ੍ਰਧਾਨ ਮੰਤਰੀ ਨੇ ਟੋਟਲ ਇੰਡੀਆ ਦੇ 72 ਟੂਰ ਕੀਤੇ ਨੇ। ਤਾਂ 72 ਟੂਰਾਂ ਦੇ ਵਿੱਚੋਂ 30 ਟੂਰ ਆ ਜਿਹੜੇ ਉਹ ਸਿਆਸੀ ਟੂਰ ਨੇ, ਜਿਹਨੂੰ ਨਾਨ ਆਫੀਸ਼ੀਅਲ ਕਹਿ ਦਿੰਦੇ ਹਾਂ ਅਸੀਂ। ਤਾਂ ਟੋਟਲ ਜਿਹੜੇ ਡਾਟਾ ਹੈ ਉਹਨੂੰ ਅਸੀਂ ਨਜ਼ਰ ਮੁਲਾਂਕਣ ਕਰਦੇ ਹਾਂ, ਤਾਂ ਉਹਦੇ ਵਿੱਚ ਇਹ ਗੱਲ ਸਾਬਤ ਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜ਼ਿਆਦਾ ਟਾਈਮ ਸਿਆਸੀ ਮੂਡ ਦੇ ਵਿੱਚ ਰਹਿੰਦੇ ਨੇ, ਕਿਉਂਕਿ ਉਹਨਾਂ ਜਿੰਨੇ ਵੀ ਦੌਰੇ ਕੀਤੇ ਨੇ ਉਹਨਾਂ 'ਚ ਇੱਕ ਨੰਬਰ 'ਤੇ ਪੱਛਮੀ ਬੰਗਾਲ ਹੈ। ਸਭ ਤੋਂ ਵੱਧ ਦੌਰੇ ਕੀਤੇ। ਉਸ ਤੋਂ ਬਾਅਦ ਦੌਰੇ ਕੀਤੇ ਉਹਨਾਂ ਨੇ ਅਸਾਮ ਦੇ ਕੀਤੇ, ਫਿਰ ਉਹਨੇ ਸਭ ਤੋਂ ਵੱਧ ਦੌਰੇ ਕੀਤੇ ਗੁਜਰਾਤ ਦੇ ਕੀਤੇ। 13 ਸੂਬੇ ਹੈ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਇੱਕ ਵਾਰੀ ਵੀ ਨਹੀਂ ਗਏ। ਇਹ ਵੱਖਰੀ ਗੱਲ ਹੈ ਕਿ ਸਾਡੇ ਜਿਹੜੇ ਸੂਬੇ ਦੇ ਚੀਫ ਮਿਨਿਸਟਰ ਅਮਰਿੰਦਰ ਸਿੰਘ, ਉਹ ਵੀ ਬਹੁਤ ਸਾਰੇ ਜ਼ਿਲ੍ਹਿਆਂ 'ਚ ਅਜੇ ਉਹਨਾਂ ਨੇ ਵਿਜ਼ਿਟ ਨਹੀਂ ਕੀਤਾ। ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਲੱਗਦਾ ਕਿ ਜਦੋਂ ਲੋਕਾਂ ਨੂੰ ਲੋੜ ਸੀ ਸਾਡੇ ਪ੍ਰਧਾਨ ਮੰਤਰੀ ਦੀ, ਕਿ ਉਹ ਲੋਕਾਂ ਦੇ ਵਿੱਚ ਹੁੰਦਾ, ਇਸ ਸਮੱਸਿਆ ਨੂੰ ਨਜਿੱਠਦਾ, ਇਹਦੀ ਅਗਵਾਈ ਕਰਦਾ, ਪਲੈਨਿੰਗ ਕਰਦਾ, ਲੋੜੀ ਦੀਆਂ ਹਦਾਇਤਾਂ ਕਰਦਾ। ਜੋ ਅੱਜ ਪ੍ਰਧਾਨ ਮੰਤਰੀ ਹੁਣ ਕਰ ਰਹੇ ਮੀਟਿੰਗਾਂ ਦਾ ਦੌਰ ਚਲਾ ਰਹੇ ਨੇ, ਅਗਰ ਇਹ 1 ਮਹੀਨਾ ਪਹਿਲਾਂ ਚੱਲਿਆ ਹੁੰਦਾ ਤਾਂ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਅਸੀਂ ਬਚਾ ਸਕਦੇ ਸੀ। ਪਿਛਲੇ ਕੁਝ ਦਿਨਾਂ ਤੋਂ ਸਿਹਤ ਸਹੂਲਤਾਂ ਬਾਰੇ ਅਦਾਲਤੀ ਫੈਸਲੇ ਆ ਰਹੇ ਹਨ। ਲੋਕਾਂ ਨੂੰ ਅਦਾਲਤਾਂ ਦਾ ਰੁਖ ਕਿਉਂ ਕਰਨਾ ਪੈ ਰਿਹਾ ਹੈ? ਰਵਨੀਤ, ਇਹ ਤਾਂ ਬੜੀ ਸਾਫ਼ ਗੱਲ ਹੈਗੀ ਹੈ ਕਿ ਪਹਿਲੀ ਗੱਲ ਤਾਂ ਇਹਨੇ ਕਿ ਲੋਕ ਜਿਹੜੀ ਸਰਕਾਰ ਚੁਣਦੇ ਨੇ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ,
ਤਾਂ ਸਭ ਤੋਂ ਪਹਿਲਾਂ ਤਰਜੀਹ ਹੁੰਦੀ ਹੈ ਲੋਕਾਂ ਦੀ ਕਿ ਉਹ ਆਪਣੀ ਸਰਕਾਰ ਕੋਲ ਫਰਿਆਦ ਕਰਨ। ਜਦੋਂ ਸਰਕਾਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ, ਉਹਨਾਂ ਦੇ ਆਪਣੇ ਨੁਮਾਇੰਦੇ ਦਰਵਾਜ਼ੇ ਬੰਦ ਕਰ ਲਏ, ਉਹਨਾਂ ਦਾ ਜਿਹੜਾ ਆਪਣਾ MP ਹੈ ਉਹ ਉਹਨਾਂ ਦੀ ਗੱਲ ਨਹੀਂ ਸੁਣਦਾ, ਉਹਨਾਂ ਦੀ ਫਰਿਆਦ ਨਹੀਂ ਸੁਣਦਾ, ਜਦੋਂ ਸਾਰੇ ਮੌਕੇ ਖਤਮ ਹੋ ਜਾਂਦੇ ਤਾਂ ਲੋਕਾਂ ਨੂੰ ਜਿਹੜਾ ਅਦਾਲਤਾਂ ਜਾਣਾ ਪੈਂਦਾ ਹੈ। ਇਹ ਸਾਨੂੰ ਉਹਦੀ ਇੱਕ ਗ੍ਰੈਵਿਟੀ ਵੀ ਦੱਸਦਾ ਹੈਗਾ ਕਿ ਜਿਹੜੀ ਕਰੋਨਾ ਦੇ ਵਿੱਚ ਲੋਕ ਆ ਜਿਹੜੀ ਸਿਹਤ ਸਹੂਲਤਾਂ ਲੈਣ ਲਈ ਚਾਹੇ ਹਸਪਤਾਲ ਸਰਕਾਰੀ 'ਚ ਜਾਂਦੇ ਚਾਹੇ ਪ੍ਰਾਈਵੇਟ ਜਾਂਦੇ ਆ, ਉਹਨਾਂ ਨੂੰ ਕਿਉਂ ਅਦਾਲਤਾਂ ਦਾ ਰੁਖ ਕਰਨਾ ਪੈ ਰਿਹਾ। ਪਿਛਲੇ ਦਿਨਾਂ ਦੇ ਵਿੱਚ ਘੱਟੋ ਘੱਟ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ 6-7 ਸਟੇਟਾਂ ਦੀ ਜਿਹੜੀਆਂ ਹਾਈ ਕੋਰਟਸ ਹੈ ਉਹਨਾਂ ਦੇ ਫੈਸਲੇ ਆਏ ਨੇ। ਹੁਣ ਤਾਜ਼ਾ ਤੁਸੀਂ ਵੀ ਪੜ੍ਹਿਆ ਹੋਏਗਾ ਕਿ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅਗਰ ਆਕਸੀਜਨ ਦੇ ਰਸਤੇ ਦੇ ਵਿੱਚ ਕੋਈ ਅੜਿੱਕਾ ਲਾਏਗਾ ਸਪਲਾਈ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਫਾਹੇ ਲਾ ਦਿਆਂਗੇ। ਇਹ ਕਿਉਂ ਕਹਿਣਾ ਪੈ ਰਿਹਾ ਹੈ? ਅਤੇ ਬੰਬੇ ਹਾਈ ਕੋਰਟ ਦੇ ਜਿਹੜਾ ਚੀਫ ਜਸਟਿਸ ਹੈ ਉਹਨੇ ਹੀ ਕਿਹਾ ਹੈਗਾ ਕਿ ਅਸੀਂ ਕਿਸ ਕਿਸਮ ਦੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਕਿ ਸਾਨੂੰ ਸ਼ਰਮ ਆਉਂਦੀ ਹੈ। ਹੋਰ ਵੀ ਫੈਸਲੇ, ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਆਇਆ ਸੀਗਾ। ਜਿਹੜੇ ਫੈਸਲੇ ਸਰਕਾਰਾਂ ਨੇ ਲੈਣੇ ਹੁੰਦੇ ਨੇ ਉਹ ਅੱਜ ਕੋਰਟ ਨੂੰ ਦਖਲ ਦੇਣਾ ਪੈ ਰਿਹਾ ਹੈ। ਇਹਦਾ ਕਾਰਨ ਸਾਫ਼ ਹੈ ਕਿ ਸਰਕਾਰਾਂ ਲੋਕਾਂ ਦੀ ਸੁਣਵਾਈ ਕਰਨ ਤੋਂ ਮੁਨਕਰ ਹੋ ਰਹੀਆਂ ਨੇ ਜਾਂ ਉਹਨਾਂ ਨੂੰ ਤਰੀਕੇ ਨਾਲ ਟੈਕਲ ਨਹੀਂ ਕਰ ਰਹੀਆਂ, ਜਿਸ ਦੇ ਨਤੀਜੇ ਵਜੋਂ ਆਮ ਨਾਗਰਿਕ ਹੈ ਜਿਹੜਾ ਉਹਨੂੰ ਅਦਾਲਤ 'ਚ ਜਾਣਾ ਪੈ ਰਿਹਾ। ਕਿਸਾਨ ਮੋਰਚੇ ਨੂੰ ਕਰੋਨਾ ਦੇ ਨਾਂ 'ਤੇ ਹਟਾਏ ਜਾਣ ਦੀ ਚਰਚਾ ਵੀ ਚੱਲ ਰਹੀ ਹੈ, ਇਸ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਇਹ ਤਾਂ ਪਿਛਲੇ ਇਹ ਨਹੀਂ ਕਿਉਂਕਿ ਤਾਜ਼ੀ ਗੱਲ ਨਹੀਂ ਹੈਗੀ, ਕਈ ਦਿਨਾਂ ਤੋਂ ਇਹ ਚੱਲ ਰਿਹਾ ਸੀ ਕਿ ਅਸੀਂ ਆਪਰੇਸ਼ਨ ਕਲੀਨ ਚੱਲੇਗਾ, ਜਾਂ ਹੁਣੇ ਜਦੋਂ ਕੋਵਿਡ ਦੇ ਕੇਸ ਵਧਣੇ ਸ਼ੁਰੂ ਹੋਏ ਤਾਂ ਕਿਹਾ ਕਿ ਕਿਸਾਨ ਮੋਰਚਾ ਜਿਹੜਾ ਉੱਥੋਂ ਆਨੇ ਬਹਾਨੀ ਹਟਾ ਦਿੱਤਾ ਜਾਏਗਾ। ਪਰ ਮੈਨੂੰ ਨਹੀਂ ਲੱਗਦੀ ਕਿ ਇਸ ਕਿਸਮ ਦਾ ਜਦੋਂ ਸਮੱਸਿਆ ਕੌਮੀ ਲੈਵਲ 'ਤੇ ਇਸ ਕਿਸਮ ਦੀ ਵਿਪਤਾ ਬਣੀ ਹੋਵੇ ਤਾਂ ਉਹਦੇ ਵਿੱਚ ਸਰਕਾਰ ਇਸ ਕਿਸਮ ਦਾ ਕੋਈ ਨਵਾਂ ਪੰਗਾ ਜਿਹੜਾ ਉਹ ਲਏਗੀ, ਕਿਉਂਕਿ ਕੋਈ ਲੌਜਿਕ ਨਹੀਂ ਬਣਦਾ। ਹੁਣ ਦਿੱਲੀ ਦੇ ਜਿਹੜੇ ਮੋਰਚੇ ਚੱਲ ਰਹੇ ਨੇ, ਚਾਹੇ ਉਹ ਸਿੰਘੂ ਬਾਰਡਰ ਦਾ ਹੈ ਚਾਹੇ ਉਹ ਟਿਕਰੀ ਬਾਰਡਰ ਦਾ ਹੈਗਾ, ਬਹੁਤ ਸਾਰੇ ਉੱਥੇ ਲੋਕ ਗਏ ਹੋਏ ਨੇ, ਪਰ ਉੱਥੇ ਕਰੋਨਾ ਦਾ ਕੋਈ ਵੱਡਾ ਇਸ ਲੈਵਲ ਦਾ ਨਹੀਂ ਆਇਆ, ਕਿਉਂਕਿ ਜਿਹੜੀਆਂ ਉੱਥੋਂ ਦੀਆਂ ਕਿਸਾਨ ਧਿਰਾਂ ਜਿਹੜੀਆਂ ਮੋਰਚੇ 'ਚ ਬੈਠੀਆਂ ਅਗਵਾਈ ਦਿੰਦੀਆਂ ਨੇ ਉਹ ਇਹ ਗੱਲ ਮੰਨਦੀਆਂ ਨੇ ਕਿ ਕਰੋਨਾ ਇੱਕ ਬਿਮਾਰੀ ਹੈ, ਪਰ ਉਹ ਕਹਿੰਦੇ ਨੇ ਕਿ ਜਿਹੜੇ ਖੇਤੀ ਕਾਨੂੰਨ ਹੈ ਉਹ ਇਸ ਤੋਂ ਵੀ ਵੱਡੀ ਬਿਮਾਰੀ ਹੈ। ਕਰੋਨਾ ਤੋਂ ਤਾਂ ਲੋਕ ਬਚ ਜਾਣਗੇ, ਪਰ ਜਿਹੜੇ ਖੇਤੀ ਕਾਨੂੰਨ ਹੈ ਉਹਨਾਂ ਤੋਂ ਨਹੀਂ ਕੋਈ ਬਚ ਸਕਣਾ, ਕਿਉਂਕਿ ਖੇਤੀ ਇੱਕ ਇਹੋ ਜਿਹਾ ਸਬਜੈਕਟ ਹੈ। ਜਦੋਂ ਆਪਾਂ ਕਰੋਨਾ ਦਾ ਪਿਛਲਾ ਦੌਰ ਦੇਖਦੇ ਹਾਂ, ਪਿਛਲੇ 1 ਸਾਲ ਤੋਂ ਜਦੋਂ ਲੋਕਡਾਊਨ ਸ਼ੁਰੂ ਕੀਤਾ ਸੀ, ਮਾਰਚ ਤੋਂ ਆਇਆ ਸੀ ਇਹ ਮਹਾਂਮਾਰੀ, ਸ਼ੁਰੂਆਤ ਹੋਈ ਸੀ ਇਸ ਦੀ, ਉਦੋਂ ਲੈ ਕੇ ਸਾਰੇ ਸੈਕਟਰ ਜਿਹੜੇ ਫੇਲ ਹੋਏ ਨੇ, ਸਾਰਿਆਂ ਦਾ ਜਿਹੜਾ ਗਰੋਥ ਰੇਟ ਹੈ ਉਹ ਡਾਊਨ ਗਿਆ ਹੈ। ਇਕੱਲਾ ਐਗਰੀਕਲਚਰ ਸੈਕਟਰ ਹੈ ਜਿਸ ਦਾ ਗਰੋਥ ਰੇਟ ਅਪ ਹੋਇਆ। ਔਰ ਜੇ ਆਪਾਂ ਦੇਖਿਆ ਕਿ ਕਿੰਨੇ ਪ੍ਰਵਾਸੀ ਮਜ਼ਦੂਰ, ਕਿੰਨੇ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਸੀ ਤਾਲਾਬੰਦੀ ਕਰਕੇ, ਤਾਂ ਇਕੱਲਾ ਐਗਰੀਕਲਚਰ ਸੈਕਟਰ ਸੀ ਜਿਹਦੇ ਵਿੱਚ ਰੁਜ਼ਗਾਰ ਹੈ ਜਿਹੜਾ ਉਹ ਮੇਨਟੇਨ ਰਿਹਾ, ਰੁਜ਼ਗਾਰ ਲੋਕਾਂ ਦਾ ਖੁੱਸਿਆ ਨਹੀਂ ਹੈਗਾ। ਅਤੇ ਫਿਰ ਅਨਾਜ ਦੇਣ ਦੀ ਗੱਲ ਸੀ ਜਦੋਂ ਗਰੀਬਾਂ ਨੂੰ ਪਿਛਲੇ ਸਾਲ ਦਿੱਤਾ, ਜਾਂ ਹੁਣ ਵੀ ਪ੍ਰਧਾਨ ਮੰਤਰੀ ਨੇ ਅਨਾਊਂਸ ਕੀਤਾ ਕਿ ਅਸੀਂ 80 ਕਰੋੜ ਲੋਕਾਂ ਨੂੰ ਜਿਹੜਾ ਹੈਗਾ ਮਈ ਔਰ ਜੂਨ ਮਹੀਨੇ ਦੇ ਵਿੱਚ 5 ਕਿਲੋ ਪ੍ਰਤੀ ਜੀ ਹੈ ਜਿਹੜਾ ਉਹ ਅਨਾਜ ਦੇਵਾਂਗੇ, ਜਿਹਦੇ 26,000 ਕਰੋੜ ਰੁਪਏ ਦਾ ਖਰਚਾ ਆਉਣਾ ਹੈ। ਅਤੇ ਇਹ ਕਿਸਾਨ ਦੀ ਇੱਕ ਕੰਟਰੀਬਿਊਸ਼ਨ ਹੈ। ਜੇ ਸਾਡੇ ਕੋਲ ਗੋਦਾਮ ਭਰੇ ਹੋਏ ਸੀ ਤਾਂ ਹੀ ਅਸੀਂ ਦੇ ਸਕੇ ਹਾਂ, ਬਲਕਿ ਕਿਸਾਨ ਦੀ ਤਾਂ ਫਰਿਆ ਹੁਣ, ਬਲਕਿ ਦਿੱਲੀ ਦਾ ਜਿਹੜਾ ਮੋਰਚਾ ਪਹਿਲ ਦੇ ਆਧਾਰ 'ਤੇ ਨਜਿੱਠਿਆ ਜਾਣਾ ਚਾਹੀਦਾ, ਕਿਉਂਕਿ ਕਿਸਾਨਾਂ ਦੀ ਕੰਟਰੀਬਿਊਸ਼ਨ ਇੰਨੀ ਹੈਗੀ ਹੈ। ਅਤੇ ਇਸ ਕਰਕੇ ਕਿਸਾਨ ਤਾਂ ਉੱਥੇ ਅੜੇ ਹੋਏ ਨੇ, ਉਹ ਕਹਿੰਦੇ ਕਿ ਸਾਡਾ ਕੋਈ ਕੇਸ ਸਾਹਮਣੇ ਨਹੀਂ ਆ ਰਿਹਾ। ਉਹ ਪਰਹੇਜ਼ ਵੀ ਰੱਖ ਰਹੇ ਨੇ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਜੁੜ ਰਹੇ ਨੇ ਪਿਛਲੇ 10 ਅਪ੍ਰੈਲ ਤੋਂ, ਕਿਤੇ ਕੋਈ ਕੇਸ ਨਹੀਂ ਆਇਆ। ਉਹਦਾ ਚਾਹੇ ਇੱਕ ਇਹ ਗੱਲ ਲੌਜਿਕ ਹੈਗਾ ਕਿ ਉਹ ਇੱਕ ਖੁੱਲ੍ਹੇ ਮਾਹੌਲ ਦੇ ਵਿੱਚ ਬੈਠੇ ਨੇ, ਖੁੱਲ੍ਹੀ ਹਵਾ ਦੇ ਵਿੱਚ ਬੈਠੇ ਨੇ, ਜਿਸ ਕਰਕੇ ਉਹਨਾਂ ਦੀ ਕਾਫੀ ਬੱਚਤ ਵੀ ਹੈਗੀ ਹੈ। ਪਰ ਸਰਕਾਰ ਨੂੰ ਹੁਣ ਸੋਚਣਾ ਪਏਗਾ। ਤੁਸੀਂ ਅੱਜ ਦੇਖਿਆ ਹੋਵੇਗਾ, ਆਪਾਂ ਆਪਣੀ ਗੱਲ ਰਵਨੀਤ ਖਤਮ ਕਰਾਂਗੇ, ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸਵਰਾਜ ਵੀਰ ਹੋਰਾਂ ਦਾ ਜਿਹੜਾ ਅੱਜ ਦਾ ਸੰਪਾਦਕੀ ਹੈ, ਉਹ 'ਚ ਵੀ ਉਹਨਾਂ ਨੇ ਇਹੀ ਕਿਹਾ ਹੈ ਕਿ ਪੂਰੇ ਮੁਲਕ ਦੇ ਉੱਤੇ ਇੱਕ ਲਈ ਜਿਹੜਾ ਕਰੋਨਾ ਦੀ ਸੈਕਿੰਡ ਵੇਵ ਹੈ ਉਹ ਇੱਕ ਤਰ੍ਹਾਂ ਦਾ ਐਗਜ਼ਾਮ ਹੈਗਾ, ਅਤੇ ਇਹ ਐਗਜ਼ਾਮ ਨੂੰ ਅਸੀਂ ਮਿਲ ਜੁਲ ਕੇ, ਰਲ ਮਿਲ ਕੇ, ਆਪਸੀ ਭਾਈਚਾਰੇ ਨਾਲ ਹੀ ਜਿਹੜਾ ਹੈਗਾ ਪਾਸ ਕਰ ਸਕਦੇ ਹਾਂ। ਤਾਂ ਆਉਣ ਵਾਲੇ ਦਿਨਾਂ 'ਚ ਜਿੱਥੇ ਸਾਡੇ ਲੋਕਾਂ ਨੂੰ ਸੁਚੇਤ ਹੋ ਕੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਹੋਏਗੀ, ਉੱਥੇ ਸਾਡੀਆਂ ਸਰਕਾਰਾਂ ਨੂੰ ਹੋਰ ਅੱਗੇ ਸਰਗਰਮੀ ਨਾਲ ਜਿਹੜੇ ਪ੍ਰਬੰਧ ਹੈ ਉਹ ਜਟਾਉਣੇ ਪੈਣਗੇ। ਸ਼ੁਕਰੀਆ ਸਰ। ਵੇਲੇ ਦੀ ਗੱਲ ਅੱਜ ਇੱਥੋਂ ਤੱਕ ਹੀ। ਇਜਾਜ਼ਤ ਦਿਓ। ਸ਼ੁਕਰੀਆ।